ਤੁਹਾਡੇ ਨਾਲ ਫੋਟੋ ਕਢਵਾਉਂਗਾ ਜਿਹੜੀਆਂ ਮੈਂ ਤੁਹਾਨੂੰ ਪਹਿਲਾਂ ਤੁਹਾਡੇ ਕਾਗਜ਼ਾਂ ਦੇ ਪੈਸੇ ਉਹ ਮੇਰੇ ਨਾਲ ਜਾਂ ਤੇ ਮੀਡੀਆ ਦੇ ਰੋਲਾ ਪਾਉਂਦਾ ਸਰ ਮੀਡੀਆ ਕਾਹਦੇ ਅੰਦਰ ਰੋਲਾ ਪਾਉਂਦਾ ਮੀਡੀਆ ਆਪਣਾ ਕੰਮ ਕਰਦਾ ਵਾ ਸਿਰਫ ਮੀਡੀਆ ਸਿਰਫ ਆਪਣਾ ਕੰਮ ਕਰਦਾ ਆਪਣੀ ਅਨਪੜ੍ਹਤਾ ਦਾ ਔਰ ਆਪਣੇ ਜਿਹੜੀ ਇਹ ਕਰਪਸ਼ਨ ਇਹਨਾਂ ਨੇ ਕਾਰਪੋਰੇਸ਼ਨ 'ਚ ਕੀਤੀ ਉਹਦਾ ਪ੍ਰੂਫ ਦਿੱਤਾ ਇਹਨਾਂ ਨੇ ਸਾਨੂੰ ਡੀਲਰ ਕਿਹਾ ਬਟ ਮੈਂ ਇਹਨਾਂ ਨੂੰ ਕਹਿੰਦਾ ਕਿ ਤੁਸੀਂ ਸਾਬਤ ਕਰੋ ਅਸੀਂ ਪ੍ਰੋਫੈਸ਼ਨਲ ਡੀਲਰ ਆ ਪਰ ਤੁਹਾਡੇ ਵਾਂਗੂ ਅਸੀਂ ਬਿਲਡਿੰਗਾਂ ਦੀ ਦਲਾਲੀ ਨਹੀਂ ਖਾਂਦੇ ਜਿਹੜੀ ਤੁਸੀਂ ਕਾਰਪੋਰੇਸ਼ਨ 'ਚ ਬਹਿ ਕੇ ਖਾ ਰਹੇ ਹੋ ਜਦੋਂ ਇੰਨੇ ਮੁਲਾਜ਼ਮ ਇੰਨੇ ਕਾਉਂਸਲਰ ਸਾਰੇ ਇੱਥੇ ਬੈਠੇ ਆ ਤੇ ਪ੍ਰੈਸ ਤੇ ਸਾਡੇ ਸਾਥੀ ਕਿਉਂ ਨਹੀਂ ਅੰਦਰ ਆ ਸਕਦੇ ਉਹ ਸਿਰਫ ਇਸ ਕਰਕੇ ਨਹੀਂ ਅੰਦਰ ਆ ਸਕਦੇ ਕਿ ਇਹਨਾਂ ਦੇ ਆਪਣੇ ਕਾਉਂਸਲਰ ਇਹਨਾਂ ਦਾ ਜਲੂਸ ਕੱਢਦੇ ਆ ਜਿਹੜੇ ਕਰਪਸ਼ਨ ਦੇ ਹੋ ਰਹੀ ਹੈ ਬਿਲਡਿੰਗਸ ਦੇ ਲੈ ਕੇ ਉਹਦੇ ਉੱਤੇ ਸਵਾਲ ਪੁੱਛਿਆ ਗਿਆ ਮੇਅਰ ਸਾਹਿਬ ਉਹਦਾ ਕੀ ਕਾਰਨ ਹੈ ਕਿ ਉਹਦੇ ਤੇ ਐਕਸ਼ਨ ਨਹੀਂ ਲਿੱਤਾ ਜਾ ਰਿਹਾ ਜਾਂ ਜਿਹੜੀ ਕਮੇਟੀਆਂ ਬਣ ਰਹੀਆਂ ਉਹਨਾਂ ਦੀ ਕੋਈ ਰਿਪੋਰਟ ਕਿਉਂ ਨਹੀਂ ਆਉਂਦੀ। ਇੰਸਪੈਕਟਰ ਨੂੰ ਫੋਨ ਕੀਤਾ ਕਿ ਯਾਰ ਇੱਥੇ ਸੂਰਾਂ ਦਾ ਬੜਾ ਬੁਰਾ ਹਾਲ ਆ ਤੂੰ ਉਹਨੂੰ ਫੋਨ ਕਰ ਸੂਰਾਂ ਵਾਲੇ ਨੂੰ ਜਿਹੜਾ ਵੀ ਹੈਗਾ ਵਾ ਆਪਣੇ ਸੂਰਾਂ ਦਾ ਅਰੇਂਜਮੈਂਟ ਕਰੇ ਤਾਂ ਮੈਨੂੰ ਕਾਨੂੰਨ ਤੋਂ ਉਹ ਆਪਣਾ ਕਾਨੂੰਨ ਸਮਝਾਉਣ ਡਿਆ ਪਿਆ। ਮੈਂ ਕਿਹਾ ਯਾਰ ਇੱਥੇ ਸੂਰਾਂ ਦੀ ਵੈਲਿਊ ਜ਼ਿਆਦਾ ਵਾ ਲੋਕਾਂ ਦੇ ਬੱਚਿਆਂ ਨਾਲੋਂ। ਇਹੋ ਹੀ ਗੱਲ ਮੈਂ ਮੇਅਰ ਸਾਹਿਬ ਨਾਲ ਕੀਤੀ ਆ ਇਸੇ ਗੱਲ ਤੋਂ ਅੰਦਰ ਭੜਕੇ ਆ। ਗੁਸਤਾਖੀ ਮਾਫ ਕਰਿਓ ਜਦੋਂ ਤੁਹਾਡੇ ਕੈਮਰੇ ਜਾਂ ਜਦੋਂ ਤੁਹਾਡਾ ਉਹਨਾਂ ਨੂੰ ਮਾਈਕ ਦਿਸਦਾ ਉਹਨਾਂ ਨੂੰ ਇਹ ਲੱਗਦਾ ਕਿ ਸਾਹੀਂ ਜਿੰਨਾ ਵੀ ਵਾਹਿਆਤ ਜਾਂ ਇੱਦਾਂ ਦੀਆਂ ਕੋਈ ਉਲਟ ਗੱਲਾਂ ਕਰਾਂਗੇ ਉਹ ਸਾਨੂੰ ਉਸ ਚੀਜ਼ ਦੀ ਜਿਹੜੀ ਹੈ ਉਹ ਲੋਕਾਂ ਦੇ ਵਿੱਚ ਸ਼ਾਇਦ ज़्यादा मिलती है वेटेज। मेयर करमजीत सिंह रिंटू की अध्यक्षता में आज नगर निगम की बैठक बुलाई गई। ये बैठक लगभग 10 महीने के बाद बुलाई गई थी। इस बैठक में करीब 90 प्रस्ताव पास किए गए। बैठक में भाजपा पार्षदों की ओर से आरोप लगाया गया कि उनकी बात को नहीं सुना जा रहा। निगम में भ्रष्टाचार चरम पर है। वहीं मेयर करमजीत सिंह रिंटू की ओर से भी इन्हें जवाब दिया गया और कहा कि आप लोग भ्रष्टाचार में शामिल हो। पहली बार था कि इस बार पार्षद पतियों को भी मीटिंग हॉल में नहीं जाने दिया और मीडिया के लिए भी अलग रूम बनाया गया था। सारा कार्यक्रम लाइव चल रहा था, लेकिन जब ये कार्यक्रम बंद हुआ तो मीडिया वाले भी गुस्से में आ गए और उन्होंने भी निगम से इस बारे में जवाब मांगा। हमारे साथ हैं विपक्ष की नेता संध्या सिक्का, भाजपा की पार्षद से बात करते हैं। आज की होया है हाउस की मीटिंग? देखिए हाउस की मीटिंग बड़े आराम नाल चल रही सी और बड़े आराम नाल मेरे साहब को ਜਿਹੜੇ ਕਰਪਸ਼ਨ ਦੇ ਹੋ ਰਹੀ ਹੈ ਬਿਲਡਿੰਗਸ ਦੇ ਲੈ ਕੇ ਉਹਦੇ ਉੱਤੇ ਸਵਾਲ ਪੁੱਛਿਆ ਗਿਆ ਮੇਅਰ ਸਾਹਿਬ ਉਹਦਾ ਕੀ ਕਾਰਨ ਹੈ ਕਿ ਉਹਦੇ ਤੇ ਐਕਸ਼ਨ ਨਹੀਂ ਲਿੱਤਾ ਜਾ ਰਿਹਾ ਜਾਂ ਜਿਹੜੀ ਕਮੇਟੀਆਂ ਬਣ ਰਹੀਆਂ ਉਹਨਾਂ ਦੀ ਕੋਈ ਰਿਪੋਰਟ ਕਿਉਂ ਨਹੀਂ ਆਉਂਦੀ। ਹਰ ਵਾਰ ਜਦੋਂ ਪਤਾ ਲੱਗਦਾ ਕਿ ਕਮੇਟੀਆਂ ਬਣ ਰਹੀਆਂ ਉਹਨਾਂ ਤੇ ਆ ਜਾਂਦੀ ਹੈ ਮੇਅਰ ਸਾਹਿਬ ਕਹਿੰਦੇ ਜੀ ਅਸੀਂ ਕਮੇਟੀ ਬਣਾ ਦਾਂਗੇ ਪਰ ਉਹ ਕਮੇਟੀਆਂ ਦੀ ਕੋਈ ਰਿਪੋਰਟ ਨਹੀਂ ਆਉਂਦੀ। ਤੁਹਾਡਾ ਕਹਿਣਾ ਵੀ ਇਲੀਗਲ ਇਮਾਰਤਾਂ ਬਣ ਰਹੀਆਂ ਕਮੇਟੀ ਬਣਾਈ ਜਾਂਦੀ ਹੈ ਖਾਨਾ ਪੂਰਤੀ ਕਰਦੇ ਆ ਔਰ ਜੋ ਸਾਨੂੰ ਪਤਾ ਲੱਗਾ ਹੈ ਉਹ ਜਿਹੜੀਆਂ ਫਾਈਲਾਂ ਹੈ ਉਹ ਫਾਈਲਾਂ ਹੀ ਗਾਇਬ ਹੋ ਜਾਂਦੀਆਂ ਕਮੇਟੀਆਂ ਕਿਤੇ ਤੇ ਰਿਪੋਰਟ ਬਣਾਉਣਗੀਆਂ ਨਾ ਮਤਲਬ ਨਤੀਜਾ ਕੁਝ ਨਹੀਂ ਨਿਕਲਦਾ। ਤੁਸੀਂ ਹਾਂਜੀ ਤੇ ਜਦੋਂ ਇਹ ਸਵਾਲ ਪੁੱਛਿਆ ਗਿਆ ਮੇਅਰ ਸਾਹਿਬ ਇਸ ਤਰ੍ਹਾਂ ਬਾਰ-ਬਾਰ ਕਿਉਂ ਹੋ ਰਿਹਾ ਹੈ ਤੇ ਮੇਅਰ ਸਾਹਿਬ ਨੇ ਪਹਿਲੇ ਤਾਂ ਉਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ। ਜਦੋਂ ਐਰੀ ਜੀ ਨੇ ਥੋੜਾ ਜਿਹਾ ਪੁੱਛਿਆ ਕਿ ਜੇ ਸਾਡੇ ਸਵਾਲਾਂ ਦਾ ਜਵਾਬ ਦਿੱਤਾ ਜਾਏ ਤੇ ਮੇਅਰ ਸਾਹਿਬ ਨੇ ਆਪਣੀ ਚੋਰੀ ਛੁਪਾਉਣ ਲਈ ਉਲਟਾ ਬਲੇਮ ਕਰਨਾ ਸ਼ੁਰੂ ਕਰ ਦਿੱਤਾ ਔਰ ਉਸ ਚੀਜ਼ ਨੂੰ ਉੱਚੀ ਬੋਲ ਕੇ ਗੱਲ ਨੂੰ ਖਤਮ ਕਰਨ ਦੀ ਔਰ ਉਹਨਾਂ ਨੂੰ ਡਿਸੋਲਵ ਕਰਨ ਦੀ ਕੋਸ਼ਿਸ਼। ਤੁਹਾਨੂੰ ਕੀ ਲੱਗ ਰਿਹਾ ਵੀ ਲੋਕਤੰਤਰ ਦਾ ਗਲਾ ਘੁੱਟੇਗਾ ਅੱਜ ਹਾਊਸ ਦੀ ਮੀਟਿੰਗ 'ਚ? ਦੇਖੋ ਇਹ ਸਾਰੇ ਜਿਹੜੀ ਕਰਪਸ਼ਨ ਖੁੱਲ੍ਹੇਆਮ ਚੱਲ ਰਹੀ ਹੈ ਜਿਹਦੇ ਤੋਂ ਅਸੀਂ ਪਿਛਲੇ ਇੰਨੀ ਦੇਰ ਤੋਂ ਅਸੀਂ ਆਵਾਜ਼ ਉਠਾ ਰਹੇ ਹਾਂ ਜਾਂ ਉਹਨਾਂ ਦੇ ਆਪਣੇ ਕਾਉਂਸਲਰ ਵੀ ਕਹਿੰਦੇ ਰਹੇ ਸ਼ੁਰੂ 'ਚ ਹੁਣ ਅੱਜ ਦੀ ਇਹਨਾਂ ਨੂੰ ਲੱਗਾ ਸ਼ਾਇਦ ਉਹ ਚੀਜ਼ਾਂ ਅਸੀਂ ਬੰਦ ਕਰ ਦਾਂਗੇ ਉਹਦੇ ਉੱਤੇ ਕੋਈ ਐਕਸ਼ਨ ਨਹੀਂ ਹੈਗਾ ਹੁਣ ਕੋਈ ਰਿਸਪੌਂਸ ਨਹੀਂ ਹੈ ਉਹਦੇ ਉੱਤੇ ਤੇ ਸ਼ਾਇਦ ਸਾਰੇ ਚੁੱਪ ਹੋ ਗਏ ਤੇ ਸਾਰੇ ਭੁੱਲ ਗਏ ਬਟ ਐਜ਼ ਅ ਆਪੋਜੀਸ਼ਨ ਸਾਡੀ ਡਿਊਟੀ ਹੈ ਕਿ ਅਸੀਂ ਉਹ ਚੀਜ਼ਾਂ ਦਾ ਸਵਾਲ ਲਈਏ ਮੇਅਰ ਸਾਹਿਬ ਕੋਲ। ਤੁਹਾਨੂੰ ਕੀ ਲੱਗਦਾ ਹੈ ਅਵੈਧ ਨਿਰਮਾਣ ਜਿੰਨੇ ਵੀ ਐਨਕਰੋਚਮੈਂਟ ਇਹ ਸਾਰੇ ਲਈ ਇਹਦੇ ਲਈ ਕੌਣ ਜ਼ਿੰਮੇਦਾਰ ਹੈ? ਦੇਖੋ ਇਹ ਮੈਂ ਕਿਸੇ ਇੱਕ ਦਾ ਨਾਮ ਨਹੀਂ ਲਾਂਗੀ ਮੈਂ ਕਹਾਂਗੀ ਕਿ ਬਹੁਤ ਸਾਰੇ ਲੋਕ ਮਿਲੇ ਹੋਏ ਨੇ ਜਿਨ੍ਹਾਂ ਦੀ ਮਿਲੀ ਭਗਤ ਨਾਲ ਜਿਹੜੇ ਵਿਨਿੰਗ ਕਾਉਂਸਲਰ ਨੇ ਉਹਦੇ ਵਿੱਚ ਉਹ ਵੀ ਇਨਵੋਲਵ ਨੇ ਔਰ ਉਹ ਸਭ ਦੇ ਮਿਲ ਕੇ ਹੀ ਇਹ ਕੰਮ ਹੋ ਰਿਹਾ ਹੈ। ਇਹ ਕਿਸੇ ਇੱਕ ਜਾਂ ਦੋ ਬੰਦਿਆਂ ਦੀ ਕੰਮ ਨਹੀਂ ਹੈ ਕਿਉਂਕਿ ਉਸ ਰਿਪੋਰਟ ਦੇ ਕੋਈ ਉਹ ਨਹੀਂ ਆਉਂਦੀ ਹੈ। ਸਾਡੇ ਨਾਲ ਅਮਨ ਹਰੀ ਨੇ ਕਾਉਂਸਲਰ ਨੇ ਬੀਜੇਪੀ ਦੇ। ਅਮਨ ਦੀ ਅੱਜ ਕੀ ਇੱਥੇ ਮੀਟਿੰਗ 'ਚ ਕੀ ਹੋਇਆ? ਦੇਖੋ ਸਰ ਸਾਡੇ ਹਾਊਸ ਦੇ ਲੀਡਰ ਸੰਧਿਆ ਸਿੱਕਾ ਜੀ ਬੋਲੇ ਮੇਅਰ ਸਾਹਿਬ ਨੇ ਕੋਈ ਜਵਾਬ ਨਹੀਂ ਦਿੱਤਾ। ਅਸੀਂ ਇੱਕ ਰਿਕੁਐਸਟ ਕੀਤੀ ਕਿ ਹਾਊਸ ਦੇ ਆਪੋਜੀਸ਼ਨ ਦੇ ਲੀਡਰ ਨੇ ਤੁਸੀਂ ਜਵਾਬ ਦਿਓ। ਉਹ ਕਹਿੰਦੇ ਤੁਸੀਂ ਮਾਹੌਲ ਖਰਾਬ ਕਰ ਰਹੇ ਹੋ ਤੁਸੀਂ ਸਾਰੇ ਸਾਥੀ ਮਾਹੌਲ ਖਰਾਬ ਕਰ ਰਹੇ ਕਿ ਇਹ ਔਨ ਰਿਕਾਰਡ ਕੈਮਰੇ ਤੇ ਹੈਗਾ। ਅਸੀਂ ਕਿਹਾ ਕੀ ਮਾਹੌਲ ਖਰਾਬ ਕਰ ਰਹੇ ਹਾਂ ਤੇ ਮੇਅਰ ਸਾਹਿਬ ਸ਼ਾਇਦ ਪਤਾ ਨਹੀਂ ਅੱਜ ਥੋੜੇ ਪ੍ਰੈਸ਼ਰ ਆਈ ਸੀਗੇ ਆਪਣੀ ਕਾਂਗਰਸ ਤੋਂ ਡਰੀ ਜਾਂਦੇ ਸੀ ਕਿ ਮੈਨੂੰ ਅੱਜ ਘੇਰਨਾ ਸਾਰਿਆਂ ਨੇ ਤੇ ਉਹਨਾਂ ਨੂੰ ਲੱਗਾ ਕਿ ਇਹਨਾਂ ਦੇ ਗੁੱਸਾ ਲਾ ਦਈਏ ਤੇ ਜ਼ਿਆਦਾ ਬੋਲਣਾ ਸ਼ੁਰੂ ਕਰਤਾ। ਨਹੀਂ ਅੱਜ ਫਿਰ ਤੁਹਾਡੀ ਗੱਲ ਸੁਣੀ ਨਹੀਂ ਅੱਜ ਜਿਹੜੀ ਹਾਊਸ ਦੀ ਮੀਟਿੰਗ ਸੀ ਏਜੰਡੇ ਮਤੇ ਪਾਸ ਕੀਤੇ ਗਏ हैं ਕਾਫੀ ਲੰਬੀ 1.5 ਘੰਟਾ ਮੀਟਿੰਗ ਚੱਲ ਰਹੀ ਹੈ ਤੇ ਇਸ ਦੌਰਾਨ ਕੀ ਹੋਇਆ?
ਚਲੋ ਜਿਹੜੇ ਡਿਵੈਲਪਮੈਂਟ ਦੇ ਮਤੇ ਆ ਨਾ ਜੀ, ਉਹ ਅਸੀਂ ਦੀਪਕ ਜੀ ਕਦੀ ਵੀ ਸ਼ਹਿਰ ਦੀ ਡਿਵੈਲਪਮੈਂਟ, ਗੁਰੂ ਨਗਰੀ ਦੀ ਡਿਵੈਲਪਮੈਂਟ ਜਿਹਦੇ ਹਿੱਸੇ ਹੈਗੀ ਆ ਉਹ ਕਰਨੀ, ਉਹਨੂੰ ਆਪਾਂ ਡਿਨਾਈ ਨਹੀਂ ਕਰਦੇ, ਉਹ 'ਚ ਅਸੀਂ ਵੀ ਨਹੀਂ ਬੋਲੇ। ਔਰ ਜਿਹੜੇ ਆਬਜੈਕਸ਼ਨੇਬਲ ਸੀਗੇ ਉਹਦੇ 'ਚ ਕਾਂਗਰਸ ਦੇ ਹੀ ਕਾਉਂਸਲਰ ਬੋਲੇ, ਉਹਨਾਂ ਨੇ ਇਨਕੁਆਇਰੀ ਲਾਤੀ। ਲੇਕਿਨ ਕੀ ਆਬਜੈਕਸ਼ਨ ਕੀਤਾ ਕਾਂਗਰਸ ਦੇ ਕਾਉਂਸਲਰਸ ਨੇ? ਨਹੀਂ ਉਹਨਾਂ ਨੇ ਕਈਆਂ ਮਤੇ ਪਾਰਟਿਕੂਲਰ ਇੱਕ ਮਤੇ ਨੂੰ ਲੈ ਕੇ ਕੀਤਾ ਕਿ ਕਮੇਟੀਆਂ 'ਚ ਵਿਚਾਰ ਹੋਣੀ ਚਾਹੀਦੀ ਹੈ। ਚਲੋ ਉਹ 3-4 ਆਈਟਮਸ ਇਹੋ ਜਿਹੀਆਂ ਹੈਗੀਆਂ ਸੀ, ਉਹਨਾਂ ਨੇ ਕਮੇਟੀ ਵੀ ਬਣਾ ਦਿੱਤੀ, ਕੋਈ ਗੱਲ ਨਹੀਂ। ਲੇਕਿਨ ਆਪੋਜੀਸ਼ਨ ਦੇ ਲੀਡਰ ਆਪਣੀ ਵਾਰਡ ਦੀ ਸਮੱਸਿਆ ਨੂੰ ਜਾਂ ਸ਼ਹਿਰ ਦੀ ਸਮੱਸਿਆ ਨੂੰ ਲੈ ਕੇ ਤੁਹਾਨੂੰ ਕੁਝ ਪੁੱਛ ਰਹੇ ਆ। ਮੇਅਰ ਸਾਹਿਬ ਕਹਿੰਦੇ ਮੈਂ ਤੁਹਾਡੀ ਗੱਲ ਦਾ ਜਵਾਬ ਦੇਣ ਤੇ ਬਾਉਂਡ ਨਹੀਂ ਹੈਗਾ। ਉਹਨਾਂ ਨੂੰ, ਮੈਨੂੰ ਲੱਗਦਾ ਕਿ ਉਹਨਾਂ ਨੂੰ ਤੇ ਸਹੀ ਪੋਲੀਟੀਕਲ ਲੈਂਗੁਏਜ ਜਾਂ ਕਿਸ ਤਰ੍ਹਾਂ ਇੱਕ ਕਿਰਦਾਰ ਨਿਭਾਉਣਾ ਚਾਹੀਦਾ ਉਹ ਵੀ ਅੱਜ ਭੁੱਲ ਗਿਆ। ਬੀਜੇਪੀ ਦੇ ਪਾਰਸ਼ਦ ਨੇ ਜਰਨੈਲ ਸਿੰਘ ਟੋਟ, ਉਹਨਾਂ ਨੂੰ ਦਲਾਲ ਕਿਹਾ ਗਿਆ ਹੈ। ਉਹਨਾਂ ਨਾਲ ਜਰਨੈਲ ਟੋਟ ਜੀ, ਤੁਹਾਨੂੰ ਅੱਜ ਦਲਾਲ ਕਿਹਾ ਗਿਆ ਹੈ, ਕੀ ਸਾਰੀ ਗੱਲ ਦੱਸਣਾ? ਮੈਂ ਪ੍ਰੋਫੈਸ਼ਨਲ ਡੀਲਰ ਹਾਂ, ਮੈਂ ਪ੍ਰਾਪਰਟੀ ਦਾ ਕਾਰੋਬਾਰ ਕਰਦਾ, ਪਰ ਮੈਂ ਇਹ ਚੋਰਾਂ ਦੀ ਕਾਰਪੋਰੇਸ਼ਨ ਦਾ ਦਲਾਲ ਨਹੀਂਗਾ। ਇਹਨਾਂ ਦੇ ਜਿਹੜੇ ਡੀਲਰ ਨੇ ਇਹ ਉਹਨਾਂ ਨੂੰ ਪੁੱਛਿਆ ਕਿ ਉਹ ਕਿੱਥੋਂ ਦਲਾਲੀ ਲੈ ਰਹੇ ਆ। ਜੇ ਇਹਨੂੰ ਮੇਰੇ ਤੇ ਕੋਈ ਚੈਲੰਜ ਆ, ਮੇਰੇ ਤੇ ਕੋਈ ਆਬਜੈਕਸ਼ਨ ਆ, ਇਹਨੂੰ ਮੈਂ ਕਹਿੰਦਾ ਦੱਸ, ਮੈਂ ਤੇਰੇ ਨਾਲ ਚੱਲਦਾ, ਮੇਰੇ ਨਾਲ ਖਲੋ ਕੇ ਬਿਲਡਿੰਗ ਢਾ। ਜਿੱਥੋਂ ਤੇਰੇ ਦਲਾਲਾਂ ਨੇ ਪੈਸੇ ਲਿੱਤੇ ਮੈਂ ਚੱਲਦਾ, ਮੇਰੇ ਨਾਲ ਚੱਲ। ਮੈਂ ਕਹੂੰਗਾ ਇੱਥੇ ਤੇਰੇ ਦਲਾਲਾਂ ਨੇ ਦਲਾਲੀ ਖਾਦੀ, ਚੱਲ ਢਾ। ਇਹਨੂੰ ਕਹ ਆਪਣੇ ਪੈਰਾਂ ਤੇ ਖਲੋ ਕੇ ਜੱਟ ਦਾ ਪੁੱਤ ਬਣ ਕੇ ਆਣਾ, ਤੂੰ ਜੱਟ ਦਾ ਪੁੱਤ ਬਣ ਕੇ ਆ। ਮੈਂ ਫਿਰ ਤੈਨੂੰ ਦੱਸਾਂ ਵੀ ਕਿਹੜੇ ਦਲਾਲ ਆ। ਤੁਹਾਨੂੰ ਕੀ ਲੱਗ ਰਿਹਾ ਹੈ ਵੀ ਇਹ ਖਾਨਾ ਪੂਰਤੀ ਕੀਤੀ ਗਈ ਅੱਜ ਫਿਰ ਹਾਊਸ ਦੀ ਮੀਟਿੰਗ ਬੁਲਾ ਕੇ? ਡਰਾਮੇਬਾਜ਼ੀ ਕਰਦਾ ਜੀ, ਇਹਨੂੰ ਪਤਾ। ਤੁਹਾਨੂੰ ਕਿਉਂ ਬਾਹਰ ਕੱਢਿਆ ਪ੍ਰੈਸ ਵਾਲਿਆਂ ਨੂੰ ਦੱਸੋ, ਅੱਜ ਤੱਕ ਕਦੀ ਹੋਇਆ? ਪਹਿਲਾਂ ਦੇ ਪ੍ਰੈਸ ਵਾਲਿਆਂ ਨੂੰ ਚਾਹਾਂ ਪਈਆਂ ਜਾਂਦੀਆਂ, ਸੈਂਡਵਿਚ ਖਵਾਏ ਜਾਂਦੇ, ਅੱਜ ਪ੍ਰੈਸ ਬਾਹਰ ਰੋਲਾ ਪਾ ਰਹੀ ਕਿਉਂ? ਇਸ ਕਰਕੇ ਆਪਣੇ ਨਲਾਇਕੀਆਂ ਨੂੰ ਛੁਪਾਉਣ ਵਾਸਤੇ, ਆਪਣੇ ਚੋਰੀਆਂ ਨੂੰ ਛੁਪਾਉਣ ਵਾਸਤੇ ਇਹਨਾਂ ਨੇ ਤੁਹਾਨੂੰ ਬਾਹਰ ਰੱਖਿਆ ਕਿ ਜਿਹੜੇ ਇਹਨਾਂ ਦੇ ਆਪਣੇ ਕੌਂਸਲਰ ਇਹਨਾਂ ਦੀ ਬੇਇੱਜ਼ਤੀ ਕਰਦੇ ਆ, ਇਹਨਾਂ ਦਾ ਜਲੂਸ ਕੱਢਦੇ, ਉਹ ਪਬਲਿਕ 'ਚ ਨਾ ਪਹੁੰਚੇ। ਕਿਸ ਤਰ੍ਹਾਂ ਦੀ ਜਿਹੜੀ ਕਾਰਪੋਰੇਸ਼ਨ 'ਚ ਚੋਰੀ ਦੀ ਗੱਲ ਤੁਸੀਂ ਵੀ ਕੀਤੀ ਹੈ ਵੀ ਕਿਸ ਤਰ੍ਹਾਂ ਦਾ ਭ੍ਰਸ਼ਟਾਚਾਰ ਤੇ ਚੋਰੀ ਹੋ ਰਹੀ ਹੈ? ਸਾਨੂੰ ਤੇ ਇਹਨਾਂ ਨੇ ਬੋਲਣ ਨਹੀਂ ਦਿੱਤਾ। ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ ਜੀ ਨੇ 3 ਮੁੱਦਿਆਂ ਤੇ ਬੋਲਿਆ। ਉਹਨਾਂ ਨੇ ਕਲੀਅਰ ਹੀ ਕਿਹਾ ਕਿ ਇਹ ਝੂਠ ਹੈਗਾ ਜੀ, ਇਹ ਠੱਗੀ ਹੈਗੀ ਆ, ਇਹਦੇ 'ਚ ਓਲਾ ਹੈਗਾ, ਇਹਦੇ 'ਚ ਝੋਲਾ ਹੈਗਾ। ਤੁਸੀਂ ਸੀਨੀਅਰ ਡਿਪਟੀ ਮੇਅਰ ਦੀ ਰਿਕਾਰਡਿੰਗ ਕਢਾ ਲਓ। ਰਮਨ ਬਖਸ਼ੀ ਜੀ ਨੇ 3 ਵਾਰ ਮੇਅਰ ਨੂੰ ਕਿਹਾ ਕਿ ਮੇਅਰ ਸਾਹਿਬ ਇਹ ਏਜੰਡੇ ਝੂਠੇ ਨੇ, ਫੇਕ ਨੇ, ਇਹਦੇ ਵਿੱਚ ਸਿੱਧੀ ਠੱਗੀ ਹੈ, ਇਹਨਾਂ ਨੂੰ ਨਹੀਂ ਰਿਜੈਕਟ ਕਰਨਾ। पूछो क्यों रिजेक्ट नहीं किए फिर? ये थे भाजपा के पार्षद जिनका कहना है कि ये लोकतंत्र की आवाज़ को दबाया जा रहा है, मेयर जवाब नहीं दे रहे हैं, भ्रष्टाचार चरम पर है, इलीगल निर्माण हो रहा है, खाना पूर्ति की जा रही है। की नाम थोड़ा? मैं दविंदर सिंह पहलवान वार्ड नंबर 74 तो बीजेपी का काउंसलर हाँ। आज की कहना थोड़ा? ਅੱਜ ਮੈਂ ਹਾਊਸ ਦੇ ਵਿੱਚ ਇਹ ਮਤਲਬ ਕੋਵਿਡ ਤੋਂ ਬਾਅਦ ਅੱਜ ਪਹਿਲੀ ਮੀਟਿੰਗ ਹੀ ਹਾਊਸ ਦੀ, ਜਿਹਦੇ ਵਿੱਚ ਮੈਂ ਮੈਡਮ ਕਮਿਸ਼ਨਰ ਨੂੰ ਕਾਫੀ ਵਾਰੀ ਫੋਨ ਕਰ ਚੁੱਕਾ ਵਾਂ। ਸਾਡੇ ਉੱਥੇ ਸੂਰਾਂ ਦੀ ਬੜੀ ਭਰਮਾਰ ਆ, ਜਿਹਦੇ ਕਰਕੇ ਬੱਚਿਆਂ ਨੂੰ ਵੀ ਕਈ ਵਾਰੀ ਉਹਨਾਂ ਨੇ ਕੱਟਿਆ ਵਾ। ਤੇ ਮੈਂ ਸੈਂਟਰੀ ਇੰਸਪੈਕਟਰ ਨੂੰ ਫੋਨ ਕੀਤਾ ਕਿ ਯਾਰ ਇੱਥੇ ਸੂਰਾਂ ਦਾ ਬੜਾ ਬੁਰਾ ਹਾਲ ਆ, ਤੂੰ ਉਹਨੂੰ ਫੋਨ ਕਰ ਸੂਰਾਂ ਵਾਲੇ ਨੂੰ, ਜਿਹੜਾ ਵੀ ਹੈਗਾ ਵਾ ਆਪਣੇ ਸੂਰਾਂ ਦਾ ਅਰੇਂਜਮੈਂਟ ਕਰੇ। ਤਾਂ ਮੈਨੂੰ ਕਾਨੂੰਨ ਤੋਂ ਉਹ ਆਪਣਾ ਕਾਨੂੰਨ ਸਮਝਾਉਣ ਡਿਆ ਪਿਆ। ਮੈਂ ਕਿਹਾ ਯਾਰ ਇੱਥੇ ਸੂਰਾਂ ਦੀ ਵੈਲਿਊ ਜ਼ਿਆਦਾ ਵਾ ਲੋਕਾਂ ਦੇ ਬੱਚਿਆਂ ਨਾਲੋਂ। ਇਹੋ ਹੀ ਗੱਲ ਮੈਂ ਮੇਅਰ ਸਾਹਿਬ ਨਾਲ ਕੀਤੀ ਆ, ਇਸੇ ਗੱਲ ਤੋਂ ਅੰਦਰ ਭੜਕੇ ਆ, ਕਿਉਂਕਿ 2-3 ਮੁੱਦੇ ਹੀ ਮੇਰੇ ਬੜੇ। ਮਤਲਬ ਭਲਵਾਨ ਜੀ ਤੁਹਾਨੂੰ ਲੱਗਦਾ ਵੀ ਸੂਰ, ਕੁੱਤੇ, ਅਵਾਰਾ ਪਸ਼ੂ ਸ਼ਹਿਰ ਦੀ ਨਸੂਰ ਬਣੇ ਹੋਏ ਤੇ ਕਾਰਪੋਰੇਸ਼ਨ ਸੁੱਤੀ ਹੋਈ ਹੈ? ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ। ਮੈਂ ਮੈਡਮ ਕਮਿਸ਼ਨਰ ਜੀ ਨੂੰ ਫੋਨ ਕਰਕੇ ਦੱਸਿਆ, ਮੈਂ ਕਿਹਾ ਸੂਰ ਵਾਲਾ ਬੰਦਾ ਮੇਰੇ ਦਫ਼ਤਰ ਆਇਆ, ਉਹਨੇ ਆਉਂਦਿਆਂ ਮੈਨੂੰ ਇਹ ਗੱਲ ਕਹੀ ਆ ਵੀ ਮੈਂ ਸੈਂਟਰੀ ਇੰਸਪੈਕਟਰ ਨੂੰ ਪੈਸੇ ਭਰਦਾ ਵਾਂ। ਮੈਂ ਮੈਡਮ ਨੂੰ ਫੋਨ ਕੀਤਾ, ਮੈਂ ਕਿਹਾ ਇੱਥੇ ਕੋਈ ਨਾ ਕੋਈ ਜ਼ਰੂਰ ਐਕਸ਼ਨ ਲਿਆ ਜਾਵੇ, ਕਿਉਂਕਿ ਇਹ ਬੰਦਾ ਸਿੱਧਾ ਕਹਿ ਰਿਹਾ ਮੈਂ ਪੈਸੇ ਲੈ ਰਿਹਾ। ਤੇ ਮੈਂ ਤੁਹਾਨੂੰ 2-3 ਵਾਰੀ ਫੋਨ ਕਰਕੇ ਦੱਸ ਚੁੱਕਾ ਵਾਂ। ਇਹ ਹਾਊਸ ਦੇ ਵਿੱਚ ਵੀ ਅੱਜ ਇਸੇ ਗੱਲੋਂ ਮੇਰੀ ਇਹਨਾਂ ਨਾਲ ਬਹਿਸ ਹੋਈ ਆ, ਸਾਨੂੰ ਬੋਲਣ ਦਾ ਮੌਕਾ ਨਹੀਂ ਦਿੰਦੇ। ਮੈਂ ਕਿਹਾ ਜਿਹੜੀਆਂ ਤੁਹਾਡੀਆਂ ਕਮਜ਼ੋਰੀਆਂ ਵਾ ਇਹਨਾਂ ਨੂੰ ਅਸੀਂ ਉਜਾਗਰ ਕਰਾਂਗੇ, ਤਾਈਓ ਉਹਨਾਂ ਨੇ ਅੱਜ ਪ੍ਰੈਸ ਵਾਲਿਆਂ ਨੂੰ ਅੰਦਰ ਨਹੀਂ ਆਉਣ ਦਿੱਤਾ, ਜਿੱਥੋਂ ਸਾਰਾ ਮਸਲਾ ਗਰਮਾ ਗਿਆ। ਸਾਡੇ ਨਾਲ ਨੇ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ। ਅੱਜ ਹਾਊਸ ਦੀ ਮੀਟਿੰਗ ਸੀ, ਉਹਦੇ 'ਚ ਕੀ ਹੋਇਆ, ਕਿਹੜੇ ਪ੍ਰਸਤਾਵ ਸੀਗੇ, ਇਹ ਕਰੀਬ 10 ਮਹੀਨਿਆਂ ਬਾਅਦ ਇਹ ਮੀਟਿੰਗ ਹੋਈ ਹੈ। ਇਹਨਾਂ ਨਾਲ ਗੱਲ ਕਰਦੇ ਹਾਂ। ਮੇਅਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਅਰ ਸਾਹਿਬ ਅੱਜ ਦੱਸੋਗੇ ਅੱਜ ਮੀਟਿੰਗ ਕਿਸ ਰਿਗਾਰਡਿੰਗ ਬੁਲਾਈ ਸੀ ਤੁਸੀਂ? ਸਭ ਤੋਂ ਪਹਿਲਾਂ ਤਾਂ ਨਵਾਂ ਸਾਲ ਚੜ੍ਹਨ ਵਾਲਾ, ਮੈਂ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਨਵੇਂ ਸਾਲ ਦੀ, ਔਰ ਤੁਹਾਨੂੰ ਸਾਰੇ ਮੀਡੀਆ ਕਰਮੀਆਂ ਨੂੰ ਵੀ ਨਵੇਂ ਸਾਲ ਦੀ ਲੱਖ ਵਧਾਈ ਦੇਣਾ, ਔਰ ਆਸ ਕਰਦਾ ਕਿ ਪ੍ਰਮਾਤਮਾ ਇਹ ਨਵਾਂ ਸਾਲ ਖੁਸ਼ੀਆਂ ਖੇੜੀਆਂ ਵਾਲਾ ਲੈ ਕੇ ਆਏਗਾ, ਔਰ ਲੋਕਾਂ ਦੇ ਘਰਾਂ ਦੇ ਵਿੱਚ ਰੌਣਕ ਹੋਏਗੀ, ਤਰੱਕੀਆਂ ਹੋਣਗੀਆਂ, ਔਰ ਸਾਡੇ ਸ਼ਹਿਰ ਦੇ ਵਿੱਚ ਇਹ ਜਿਹੜੀ ਭਿਆਨਕ ਮਹਾਂਮਾਰੀ ਹੈ ਦਾ ਖਾਤਮਾ ਹੋਏਗਾ। ਸੋ ਹੁਣ ਆਪਾਂ ਗੱਲ ਕਰਦੇ ਮੀਟਿੰਗ ਦੀ। ਅੱਜ ਸਾਡੀ ਜਰਨਲ ਹਾਊਸ ਦੀ ਮੀਟਿੰਗ ਸੀਗੀ, ਜਿਹੜੀ ਫਰਵਰੀ ਤੋਂ ਬਾਅਦ ਹੁਣ ਦਸੰਬਰ 'ਚ ਹੋਈ ਹੈ, ਔਰ ਕੋਵਿਡ ਦੀ ਵਜ੍ਹਾ ਦੇ ਨਾਲ ਅਸੀਂ ਇਹ ਮੀਟਿੰਗ ਨਹੀਂ ਕਰ ਪਾਏ। ਅੱਜ ਵੀ ਬਹੁਤ ਸਾਰੇ ਸਾਡੇ ਮੀਡੀਆ ਸਾਥੀਆਂ ਨੂੰ ਵੀ ਪ੍ਰੋਬਲਮ ਹੋਈ, ਜਿਹੜੇ ਸਾਡੇ ਗੈਸਟ ਹੁੰਦੇ ਨੇ ਅੱਜ ਉਹਨਾਂ ਨੂੰ ਵੀ ਅਸੀਂ ਅਲਾਓ ਨਹੀਂ ਕਰ ਪਾਏ ਹਾਊਸ 'ਚ, ਕਿਉਂਕਿ ਇੱਕ ਜਿਹੜੀਆਂ ਸਰਕਾਰ ਦੀਆਂ ਜੋ ਵੀ ਹਦਾਇਤਾਂ ਗਾਈਡਲਾਈਨ ਸੀ ਉਹਦੀ ਪਾਲਣਾ ਕਰਨੀ ਬੜੀ ਜ਼ਰੂਰੀ ਸੀਗੀ। ਸੋ ਅਸੀਂ ਆਪਣੇ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਸੀਗੇ ਕਿ ਸਾਰਾ ਲਾਈਵ ਟੈਲੀਕਾਸਟ ਜਿਹੜਾ ਉਹ ਆਮ ਲੋਕਾਂ ਵਾਸਤੇ, ਮੀਡੀਆ ਕਰਮੀਆਂ ਵਾਸਤੇ ਜਾਂ ਜਿਹੜੇ ਸ਼ਹਿਰੀ ਮੀਟਿੰਗ ਵੇਖਣ ਆਉਂਦੇ ਉਹਨਾਂ ਵਾਸਤੇ ਅਸੀਂ ਕੀਤਾ ਸੀ, ਕਿਉਂਕਿ ਹਮੇਸ਼ਾ ਹੀ ਮੇਰੀ ਇੱਕ ਸੋਚ ਰਹੀ ਹੈ ਕਿ ਅਸੀਂ ਬਹੁਤ ਹੀ ਟਰਾਂਸਪੇਰੈਂਟ ਤਰੀਕੇ ਦੇ ਨਾਲ ਨਗਰ ਨਿਗਮ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਹੈ। ਜੇ ਸਾਡੀ ਕੋਈ ਚੰਗੀ ਚੀਜ਼ ਹੈ ਉਹ ਵੀ ਅਸੀਂ ਲੋਕਾਂ ਸਾਹਮਣੇ ਲੈ ਕੇ ਆਉਂਦੇ ਹਾਂ, ਜੇ ਸਾਡੀ ਕੋਈ ਮਾੜੀ ਗੱਲ ਹੈ ਤਾਂ ਉਹਨੂੰ ਵੀ ਅਸੀਂ ਪਬਲਿਕ 'ਚ ਲੈ ਕੇ ਆਉਂਦੇ ਹਾਂ। ਅਸੀਂ ਕਦੀ ਕਿਸੇ ਚੀਜ਼ ਨੂੰ, ਕਿਉਂਕਿ ਅਸੀਂ ਤੁਹਾਡੇ ਜਨਤਾ ਦੇ ਰਿਪਰੈਜ਼ੈਂਟੇਟਿਵ ਹਾਂ, ਅਸੀਂ ਕੋਈ ਇੱਥੇ ਡਿਕਟੇਟਰ ਨਹੀਂ ਗੇ,
ਔਰ ਲੋਕਾਂ ਦੀ ਚੰਗੀ ਮਾੜੀ ਕੋਈ ਵੀ ਗੱਲ ਹੋਵੇ ਉਹ ਸਾਨੂੰ ਸੁਣਨੀ, ਉਹਦੇ ਉੱਤੇ ਕੰਮ ਕਰਨਾ ਬੜਾ ਜ਼ਰੂਰੀ ਹੈ। ਸੋ ਅਸੀਂ ਟਰਾਂਸਪੇਰੈਂਟ ਤਰੀਕੇ ਦੇ ਨਾਲ ਮੀਟਿੰਗ ਕਰਨ ਦੀ ਕੋਸ਼ਿਸ਼ ਕੀਤੀ। ਤੇ ਮੈਂ ਸਾਹਿਬ ਅੱਜ ਕਿੰਨੇ ਮਤੇ ਪਾਸ ਕੀਤੇ ਗਏ? ਅੱਜ ਦੇਖੋ ਟੋਟਲ 90 ਮਤਿਆਂ ਦਾ ਏਜੰਡਾ ਸੀਗਾ। ਉਸ ਤੋਂ ਬਾਅਦ ਕੁਝ ਟੇਬਲ ਏਜੰਡੇ ਵੀ ਆਏ, ਲਗਭਗ 100 ਤੋਂ ਉੱਤੇ ਸਾਡਾ ਮਤੇ ਹੋਣਗੇ ਅਪਰੋਕਸੀਮੇਟਲੀ। ਘੱਟ ਵੀ ਹੋ ਸਕਦਾ। ਇੱਕ ਵਿਪਕਸ਼ ਦਾ ਆਰੋਪ ਹੈ ਜੀ, ਖਾਸ ਕਰ ਬੀਜੇਪੀ ਵਾਲਿਆਂ ਦਾ, ਵੀ ਲੋਕਤੰਤਰ ਦਾ ਗਲਾ ਘੁੱਟਿਆ ਗਿਆ, ਸਾਡੀ ਗੱਲ ਨਹੀਂ ਸੁਣੀ ਗਈ, ਆਵਾਜ਼ ਨੂੰ ਦਬਾਇਆ ਗਿਆ ਸਾਡੀ। ਮੈਂ ਤੁਹਾਨੂੰ ਇਹੀ ਗੱਲ ਦੱਸਣ ਲੱਗਾ ਕਿ ਮੇਰੀ ਗੱਲ ਸੁਣ ਲਓ, ਵਿਪਕਸ਼ ਨੂੰ ਤਾਂ ਬੜਾ ਟਾਈਮ ਦਿੱਤਾ। ਉਹਦੇ 'ਚ ਇਹ ਹੈ ਕਿ ਅੱਜ 100 ਮਤਾ ਲਗਭਗ ਪਾਸ ਕੀਤਾ ਗਿਆ, ਜਿਹਦੇ 'ਚ ਥੋੜ੍ਹੇ ਬਹੁਤੇ ਮਤੇ ਜਿਹੜੇ ਕੋਈ ਸਰਵਿਸ ਰੂਲਸ ਨੂੰ ਲੈ ਕੇ ਜਾਂ ਕੋਈ ਇੱਕ ਤੁੱਕ ਹੋਰ ਇੱਦਾਂ ਦੇ ਮਤੇ ਸੀ ਜਿਨ੍ਹਾਂ ਨੂੰ ਹੋਲਡ ਕਰਨਾ ਪਿਆ, ਔਰ ਕੁਝ ਮਤੇ ਜਿਹੜੇ ਜਿਨ੍ਹਾਂ 'ਤੇ ਇੱਕ ਬਹੁਤ ਵਿਸਤਾਰ ਦੇ ਵਿੱਚ ਵਿਚਾਰ ਵਿਮਰਸ਼ ਦੀ ਲੋੜ ਸੀ, ਉਹਨਾਂ ਨੂੰ ਇੱਕ ਸਾਡੀ ਸੀਨੀਅਰ ਕਾਉਂਸਲਰ ਸਾਥੀਆਂ ਦੀ ਜਿਹੜੇ ਸਾਡੇ ਸਬ ਕਮੇਟੀਆਂ ਦੇ ਚੇਅਰਮੈਨ ਨੇ, ਉਹਨਾਂ ਦੀ ਇੱਕ ਕਮੇਟੀ ਬਣੀ, ਉਹਦੇ ਵਿੱਚ ਅਸੀਂ ਫਾਰਵਰਡ ਕੀਤਾ। ਸੋ ਲਗਭਗ 1 ਅਰਬ ਦੇ ਕੰਮ ਜਿਹੜੇ ਨੇ ਉਹ ਅੱਜ ਅਸੀਂ ਪਾਸ ਕੀਤੇ ਡਿਵੈਲਪਮੈਂਟ ਦੇ। ਜਿਹੜੀ ਆਪੋਜੀਸ਼ਨ ਹੈ ਉਸ ਨੂੰ ਇਹ ਚੰਗੇ ਕੰਮ ਤੇ ਕਦੀ ਦਿਸਦੇ ਨਹੀਂ। ਉਹਨਾਂ ਨੇ ਆਪੋਜੀਸ਼ਨ, ਵੇਖੋ ਮੈਂ ਹਮੇਸ਼ਾ ਕਹਿੰਦਾ ਕਿ ਆਪੋਜੀਸ਼ਨ ਦੇ ਮੈਂ ਸਤਿਕਾਰ ਕਰਦਾ। ਆਪੋਜੀਸ਼ਨ ਇੱਕ ਸੰਵਿਧਾਨਕ ਐਂਟੀਟੀ ਹੈ। ਆਪੋਜੀਸ਼ਨ ਤੋਂ ਬਿਨਾਂ ਵੀ ਕੋਈ ਵੀ ਜਿਹੜਾ ਸਾਡਾ ਹਾਊਸ ਨਹੀਂ ਚੱਲ ਸਕਦਾ, ਕਿਉਂਕਿ ਲੋਕਾਂ ਨੂੰ ਆਪੋਜੀਸ਼ਨ ਨੂੰ ਵੀ ਇਸ ਗੱਲ ਦੀ ਆਜ਼ਾਦੀ ਹੈ ਕਿ ਉਹ ਆਪਣੇ ਵਿਚਾਰ ਰੱਖੇ। ਪਰ ਉਹਦੇ 'ਚ ਮੇਰੀ ਇੱਕ ਹਮੇਸ਼ਾ ਸੋਚ ਰਹੀ ਹੈ ਕਿ ਕੋਈ ਐਥਿਕਸ, ਕੋਈ ਪ੍ਰਿੰਸੀਪਲ, ਕੋਈ ਕਾਨੂੰਨ ਕਾਇਦਾ ਉਹ ਸਾਰੇ ਫੋਲੋ ਕਰਨੇ ਚਾਹੀਦੇ। ਇੱਕ ਜਸਟ ਸੇਕ ਆਫ ਆਪੋਜੀਸ਼ਨ ਜਾਂ ਕਿਸੇ 'ਤੇ ਚਿੱਕੜ ਸੁੱਟਣ ਦੇ ਲਈ ਤੁਸੀਂ ਆਪੋਜੀਸ਼ਨ ਕਰੋ, ਉਸ ਚੀਜ਼ ਨੂੰ ਮੈਂ ਬਹੁਤਾ ਵਧੀਆ ਨਹੀਂ ਸਮਝਦਾ। ਸੋ ਅੱਜ ਅਸੀਂ ਸਾਰੇ ਲੀਡਰ ਆਫ ਆਪੋਜੀਸ਼ਨ ਨੂੰ, ਉਹਨਾਂ ਦੇ ਸਾਰੇ ਕਾਉਂਸਲਰਸ ਨੂੰ, ਜਿਨ੍ਹਾਂ ਨੇ ਵੀ ਬੋਲਣ ਦੀ ਡਿਮਾਂਡ ਕੀਤੀ, ਉਹਨਾਂ ਨੂੰ ਪੂਰਾ ਟਾਈਮ ਦਿੱਤਾ। ਔਰ ਤੁਸੀਂ ਸਾਰਾ ਪ੍ਰਸਾਰਨ ਵੇਖਿਆ, ਤੁਹਾਨੂੰ ਦੇਖਿਆ ਕਿ ਹਰ ਇੱਕ ਬੰਦੇ ਨੂੰ ਟਾਈਮ ਦਿੱਤਾ, ਕੋਈ ਇੱਕ ਬੰਦਾ ਵੀ ਅਸੀਂ ਅੱਖੋਂ ਪਰੋਖਣ ਨਹੀਂ ਕੀਤਾ। ਉਹ ਵਾਰ-ਵਾਰ ਜਦੋਂ ਤੋਂ ਮੀਟਿੰਗ ਸ਼ੁਰੂ ਹੋਈ ਸੀ, ਉਹ ਮੀਟਿੰਗ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਬੜੀ ਵਾਰੀ ਉਹਨਾਂ ਨੂੰ ਸਮਝਾਇਆ ਕਿ ਜਿੰਨੀ ਵਾਰੀ ਬੋਲਣਾ ਬੋਲੋ, ਜਿੰਨਾ ਟਾਈਮ ਚਾਹੀਦਾ ਤੁਹਾਡਾ ਹਾਊਸ ਹੈ, ਸਾਰੇ ਬੋਲੋ। ਪਰ ਉਹਨਾਂ ਨੂੰ ਇੱਕ ਇਹ ਮੇਰੀ ਗੁਸਤਾਖੀ ਮਾਫ ਕਰਿਓ, ਜਦੋਂ ਤੁਹਾਡੇ ਕੈਮਰੇ ਜਾਂ ਜਦੋਂ ਤੁਹਾਡਾ ਉਹਨਾਂ ਨੂੰ ਮਾਈਕ ਦਿਸਦਾ, ਉਹਨਾਂ ਨੂੰ ਇਹ ਲੱਗਦਾ ਕਿ ਸਾਹੀਂ ਜਿੰਨਾ ਵੀ ਵਾਹਿਆਤ ਜਾਂ ਇੱਦਾਂ ਦੀਆਂ ਕੋਈ ਉਲਟ ਗੱਲਾਂ ਕਰਾਂਗੇ, ਉਹ ਸਾਨੂੰ ਉਸ ਚੀਜ਼ ਦੀ ਜਿਹੜੀ ਹੈ ਉਹ ਲੋਕਾਂ ਦੇ ਵਿੱਚ ਸ਼ਾਇਦ ਜ਼ਿਆਦਾ ਮਿਲਦੀ ਹੈ ਵੇਟੇਜ। ਸੋ ਉਹਨਾਂ ਨੇ ਸਿਰਫ ਇੱਕ ਫੋਟੋ ਖਿਚਾਉਣ ਦੇ ਲਈ ਇੱਕ ਵਿਰੋਧ ਕੀਤਾ। ਉਹਦੇ 'ਚ ਕਈ ਕਿਸਮ ਦੇ ਉਹ ਕਦੀ ਕਿਸੇ 'ਤੇ ਬਿਨਾਂ ਬੁਨਿਆਦ ਕੋਈ ਜਿਹੜੇ ਨੇ ਉਹ ਇਲਜ਼ਾਮ ਲਾਉਂਦੇ ਨੇ। ਉਹਦੇ ਵਿੱਚ ਅੱਜ ਕੁਝ ਚੀਜ਼ਾਂ ਜਿਹੜੀਆਂ ਸੀ, ਉਹ ਜਿਹੜੀ ਉਂਗਲ ਸਾਡੇ ਵੱਲ ਸਰਕਾਰ 'ਤੇ ਉਠਾਉਂਦੇ ਸੀ, ਅੱਜ ਉਹਨਾਂ ਵੱਲ ਹੋਈ। ਉਹਦੇ ਵਿੱਚ ਕੁਝ ਬਿਲਡਿੰਗਸ, ਕੁਝ ਕਲੋਨੀਆਂ ਇੱਦਾਂ ਦੀਆਂ ਸੀਗੀਆਂ ਜਿਹਦੇ 'ਚ ਆਪੋਜੀਸ਼ਨ ਦੇ ਸਾਥੀਆਂ ਦੀ ਭੂਮਿਕਾ ਹੈਗੀ ਸੀਗੀ। ਸੋ ਜਦੋਂ ਉਹਨਾਂ ਨੂੰ ਉਸ ਗੱਲ ਜਿਹੜੀ ਉਹ ਬੜੀਆਂ ਮਿਰਚਾਂ ਲੱਗੀਆਂ, ਕੌੜੀਆਂ ਲੱਗੀਆਂ। ਪਰ ਮੈਂ ਇਹੀ ਆਪਣੇ ਸਾਥੀਆਂ ਨੂੰ ਕਹਿਣਾ ਕਿ ਆਪ ਤੁਸੀਂ ਤਦ ਬੋਲ ਸਕਦੇ ਜੇ ਪਹਿਲਾਂ ਆਪਣਾ ਪਾਕ ਦਾਮਨ ਪਾਕ ਸਾਫ਼ ਕਰਨਾ ਪਏਗਾ। ਇਹ ਹਾਊਸ ਸਾਰਿਆਂ ਦਾ ਸਾਂਝਾ ਵਾ। ਮੈਂ ਬਤੌਰ ਮੇਅਰ ਚੇਅਰਮੈਨ ਮੈਨੂੰ ਬਣਾਇਆ, ਮੈਂ ਸ਼ਹਿਰ ਦਾ ਰਿਪਰੈਜ਼ੈਂਟੇਟਿਵ ਇਹਨਾਂ ਕੌਂਸਲਰਾਂ ਸਾਥੀਆਂ ਦਾ ਹੀ ਬਣਿਆ, ਭਾਵੇਂ ਆਪੋਜੀਸ਼ਨ ਦੇ ਹੋਣ। ਮੈਨੂੰ ਇਹਨਾਂ ਦੀ ਕੋਈ ਗੱਲ ਸੁਣਨ 'ਚ, ਕਿਸੇ ਗੱਲ 'ਚ ਕੋਈ ਹਿੱਤਕ ਨਹੀਂ ਗੀ। ਮੇਰੇ ਨਾਲ ਲੰਮਾ ਸਮਾਂ ਬਹਿ ਕੇ ਜਿੱਥੇ ਡਿਸਕਸ਼ਨ ਕਰਨਾ ਹੀ ਕਰ ਲੈਣ। ਜੋ ਇਹਨਾਂ ਨੂੰ ਗਲਤ ਲੱਗਦਾ ਵਾ, ਜੇ ਕੋਈ ਗਲਤ ਪ੍ਰੂਵ ਹੋਏਗਾ ਅਸੀਂ ਉਸ 'ਤੇ ਐਕਸ਼ਨ ਲਵਾਂਗੇ, ਔਰ ਲੈ ਵੀ ਰਹੇ ਹਾਂ। ਅੱਜ ਇਹਨਾਂ ਨੂੰ ਇਹ ਵੇਖੋ, ਸਾਡੇ ਅੱਗੇ MTP ਇੱਕ ਡਿਸਮਿਸ ਹੋ ਚੁੱਕਾ ਵਾ। ਸਰਕਾਰ ਆਪਣਾ ਕੰਮ ਕਰਦੀ, ਹਾਊਸ ਆਪਣਾ ਕੰਮ ਕਰਦਾ। ਕਈ ਵਾਰੀ ਐਕਸ਼ਨ ਲੈਂਦੇ ਆ, ਦੇਰ ਸਵੇਰ ਜ਼ਰੂਰ ਹੋ ਜਾਂਦੀ ਹੈ, ਪਰ ਜਿਹੜਾ ਵੀ ਬੰਦਾ ਦੋਸ਼ੀ ਪਾਇਆ ਜਾਏਗਾ, ਕੋਈ ਨਹੀਂ ਬਖਸ਼ਿਆ ਜਾਏਗਾ। ਸੋ ਅੱਛਾ ਮੇਰੇ ਸਾਹਿਬ, ਇੱਕ ਜਿਹੜੀ ਸ਼ਹਿਰ ਦੀ ਬਹੁਤ ਸਮੱਸਿਆ ਹੈ, ਅਵਾਰਾ ਕੁੱਤੇ, ਅਵਾਰਾ ਸੂਰ, ਅਵਾਰਾ ਪਸ਼ੂ, ਇਹ ਬਹੁਤ ਵੱਡੀ ਨਸੂਰ ਬਣ ਚੁੱਕੇ ਨੇ। ਇਹਨਾਂ 'ਤੇ ਧਿਆਨ ਨਹੀਂ ਜਾ ਰਿਹਾ ਜਾਂ ਇਹ ਅਨਕੰਟਰੋਲਡ ਹੋ ਰਹੇ ਹੈ? ਦੇਖੋ, ਧਿਆਨ ਜਾ ਰਿਹਾ। ਉਹਦੇ 'ਚ ਗੱਲ ਕੋਈ ਵੀ ਆਰੋਪ ਦੀ ਨਹੀਂ ਗੀ ਕਿ ਕਿਸੇ 'ਤੇ ਲਾਉਣ ਲੱਗਾ। ਪਿਛਲਾ ਕੋਈ ਵੀ ਸਰਕਾਰ, ਭਾਵੇਂ ਸਾਡੀ ਹੋਵੇ, ਪਿਛਲੀ ਕਿਸੇ ਦੀ ਵੀ ਹੋਵੇ, ਪਿਛਲੇ 30 ਸਾਲ ਤੋਂ 25 ਸਾਲ ਤੋਂ ਹਾਂ ਸ਼ਹਿਰ ਦੇ ਵਿੱਚ ਕਦੇ ABC ਪ੍ਰੋਗਰਾਮ, ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਚੱਲਦਾ ਵੇਖਿਆ ਹੀ ਨਹੀਂ। ਔਰ ਇਹ ਜਿਹੜੀ ਚੀਜ਼ ਸੀ, ਇਹ ਬਹੁਤ ਇੰਪੋਰਟੈਂਟ ਸੀ, ਜਿਨ੍ਹਾਂ ਨੂੰ ਪਿਛਲੀਆਂ ਸਰਕਾਰਾਂ ਨੇ, ਪਿਛਲੇ ਨਗਰ ਨਿਗਮਾਂ ਨੇ ਵੀ ਅੱਖੋਂ ਪਰੋਖੇ ਕੀਤਾ। ਉਹਦੀ ਵਜ੍ਹਾ ਨਾਲ ਕੁੱਤਿਆਂ ਦੀ ਸੰਖਿਆ ਬਹੁਤ ਸ਼ਹਿਰ 'ਚ ਵੱਧ ਗਈ ਹੈ। ਅੱਜ ਪ੍ਰੋਬਲਮ ਇਹ ਆ ਰਹੀ ਹੈ ਕਿ ਉਹ ਓਵਰਨਾਈਟ ਇਹ ਚੀਜ਼ ਜਿਹੜੀ ਹੈ ਨਹੀਂ ਖਤਮ ਹੋ ਸਕਦੀ। ਕਾਨੂੰਨ ਇੱਦਾਂ ਦਾ ਕਿ ਨਾ ਤੁਸੀਂ ਕੁੱਤੇ ਨੂੰ ਮਾਰ ਸਕਦੇ ਜੇ, ਨਾ ਚੁੱਕ ਕੇ ਡਿਸਲੋਕੇਟ ਕਰ ਸਕਦੇ ਜੇ। ਕਾਨੂੰਨ ਦੀ ਪਾਲਣਾ ਵੀ ਕਰਨੀ ਹੈ। ਸਾਡੇ ਕੋਲ ਇੱਕੋ ਹੀ ਹੱਲ ਹੈ ਕਿ ਉਹਨਾਂ ਦੀ ਨਸਬੰਦੀ ਕੀਤੀ ਜਾਵੇ, ਉਹਨਾਂ ਨੂੰ ਸਟਰਲਾਈਜ਼ ਕੀਤਾ ਜਾਵੇ। ਉਹ ਅਸੀਂ ਜਿੱਦਣ ਹਾਊਸ ਨਵਾਂ ਬਣਿਆ ਸੀ, ਇਹ ਗੱਲਾਂ ਦਾ ਮੈਨੂੰ ਉਦੋਂ ਹੀ ਪਤਾ ਸੀ। ਅਸੀਂ ਉਦੋਂ ਹੀ ਟੈਂਡਰ ਲਾ ਕੇ ਉਹ ਕੰਮ ਸ਼ੁਰੂ ਕਰ ਦਿੱਤਾ ਸੀ। ਔਰ ਸਾਡੇ ਕੋਲ ਜਦੋਂ ਅਸੀਂ ਟੈਂਡਰ ਲਾ ਦਿੱਤਾ, ਬਾਅਦ 'ਚ ਸਮਝ ਆਈ ਕਿ ਕਾਰਪੋਰੇਸ਼ਨ ਨੇ ਤਾਂ ਕਦੀ ਇੱਦਾਂ ਦਾ ਕੰਮ ਕੀਤਾ ਹੀ ਨਹੀਂ, ਨਾ ਕੋਈ ਆਪਰੇਸ਼ਨ ਥੀਏਟਰ, ਕੋਈ ਇੱਦਾਂ ਦਾ ਇਨਫਰਾਸਟਰਕਚਰ ਹੀ ਹੈ ਨਹੀਂ ਸੀ। ਸੋ ਉਹਦੇ 'ਚ ਸਾਨੂੰ ਮੁਸ਼ਕਲਾਂ ਆਈਆਂ। ਅਸੀਂ ਐਨੀਮਲ ਹਸਬੈਂਡਰੀ ਵਾਲਿਆਂ ਦੇ ਹਸਪੀਟਲ ਯੂਜ਼ ਕੀਤੇ,
ਉੱਥੇ ਵੀ ਸਾਨੂੰ ਕਈ ਕਿਸਮ ਦੀਆਂ ਮੁਸ਼ਕਲਾਂ ਆਈਆਂ। NGOs ਨੇ ਸਾਨੂੰ ਇੱਕ NGO ਹੁਣ ਸਾਡੇ ਨਾਲ ਉਹਨੇ ਜਗ੍ਹਾ ਪ੍ਰੋਵਾਈਡ ਕੀਤੀ, ਉਹ ਸਾਰਾ ਖਰਚਾ ਅਸੀਂ ਸਹਿ ਰਹੇ ਹਾਂ, ਪਰ ਉਹਨਾਂ ਦੀ ਜਗ੍ਹਾ ਦੀ ਵਰਤੋਂ ਕਰ ਰਹੇ ਹਾਂ। ਹੁਣ ਉਸ ਤੋਂ ਇਲਾਵਾ ਅਸੀਂ ਇੱਕ ਬਹੁਤ ਵਧੀਆ ਡੌਗ ਸਟਰਲਾਈਜੇਸ਼ਨ ਸੈਂਟਰ ਉਹਦੀ ਉਸਾਰੀ ਉਦੋਂ ਹੀ ਸ਼ੁਰੂ ਕਰਵਾ ਦਿੱਤੀ ਸੀ, ਜਿਹੜਾ ਅੱਜ ਨਾਰਾਇਣਗੜ੍ਹ ਬਣ ਰਿਹਾ। ਹੁਣ ਤੱਕ ਅਸੀਂ ਲਗਭਗ 5000 ਦੇ ਕਰੀਬ ਜਿਹੜਾ ਕੁੱਤਾ ਉਹ ਸਟਰਲਾਈਜ਼ ਕਰ ਚੁੱਕੇ ਹਾਂ, ਔਰ ਉਹ 5000 ਦਾ ਸਾਡਾ ਪਹਿਲਾ ਟੈਂਡਰ ਸੀ। ਅੱਜ ਅਸੀਂ ਨਵਾਂ ਟੈਂਡਰ ਫਿਰ ਜਿਹੜਾ ਵਾ ਉਹਦੀ ਲਗਾ ਦਿੱਤਾ। ਅੱਜ ਹਾਊਸ 'ਚ ਉਹਨੂੰ ਮਾਨਤਾ ਪ੍ਰਾਪਤ ਮਿਲ ਗਿਆ ਵਾ, ਉਹਨੂੰ ਪ੍ਰਵਾਨ ਕਰ ਲਿਆ ਗਿਆ ਮਤਾ। ਹੁਣ ਨਵਾਂ ਟੈਂਡਰ ਲਾ ਕੇ ਇਹ ਜਿਹੜੀ ਸਪੀਡ ਚਾਲੂ ਰਹੇਗੀ। ਔਰ ਮੈਂ ਸ਼ਹਿਰ ਨਿਵਾਸੀਆਂ ਨੂੰ ਇਹੀ ਅਪੀਲ ਕਰਾਂਗਾ ਕਿ ਇਹ ਲੰਮਾ ਸਮਾਂ ਲੱਗੇਗਾ, ਅਸੀਂ ਸਾਰੇ ਸ਼ਹਿਰ ਦੇ ਕੁੱਤਿਆਂ ਨੂੰ ਸਟਰਲਾਈਜ਼ ਕਰਾਂਗੇ, ਜਿਸ ਤੋਂ ਹੌਲੀ ਹੌਲੀ 2-3-4 ਸਾਲ 'ਚ ਇਹਨਾਂ ਦੀ ਗਿਣਤੀ ਘਟੇਗੀ। ਤਦ ਤੱਕ ਜਦ ਤੱਕ ਇਹਨਾਂ ਨੂੰ ਅਸੀਂ ਸਟਰਲਾਈਜ਼ ਕਰਾਂਗੇ, ਨਾਲ ਇਹਨਾਂ ਦੀ ਵੈਕਸੀਨੇਸ਼ਨ ਕਰ ਰਹੇ ਹਾਂ, ਨਾਲ ਇਹਨਾਂ ਉਸ ਚੀਜ਼ ਦੇ ਨਾਲ ਇਹ ਹੈ ਕਿ ਜੇ ਕੁੱਤਾ ਕਿਸੇ ਨੂੰ ਕੱਟੇਗਾ ਵੀ ਤਾਂ ਰੈਬੀਜ਼ ਜਾਂ ਹੋਰ ਬਿਮਾਰੀਆਂ ਨਹੀਂ ਫੈਲਣਗੀਆਂ। ਔਰ ਜਦੋਂ ਇਹਨਾਂ ਨੂੰ ਸਟਰਲਾਈਜ਼ ਕਰ ਦਿੱਤਾ ਜਾਂਦਾ ਵਾ, ਇਹਨਾਂ ਦੇ ਸੁਭਾਅ ਦੇ ਵਿੱਚ ਚੇਂਜ ਆ ਜਾਂਦੀ ਹੈ, ਕੱਟਣਾ ਬੰਦ ਕਰ ਦਿੰਦੇ ਨੇ। ਸੋ ਉਹ ਸਾਰੀਆਂ ਚੀਜ਼ਾਂ ਹੀ ਕਰ ਰਹੇ ਹਾਂ। ਪਰ ਫਿਰ ਵੀ ਮੇਰੀ ਸ਼ਹਿਰ ਨਿਵਾਸੀਆਂ ਨੂੰ ਅਪੀਲ ਹੈ ਕਿ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖਿਆ ਜਾਵੇ। ਬੜੀ ਭਿਆਨਕ ਪ੍ਰੋਬਲਮ ਹੈ ਸਾਡੇ ਵਾਸਤੇ। ਬਹੁਤ ਸਾਰੇ ਸ਼ਹਿਰਾਂ 'ਚ ਇੱਦਾਂ ਦੇ ਹਾਦਸੇ ਹੋਏ ਨੇ ਜਿੱਥੇ ਕੁੱਤਿਆਂ ਨੇ ਕਿਤੇ ਬੱਚੇ ਦਾ ਜਾਂ ਕਿਸੇ ਦਾ ਨੁਕਸਾਨ ਕੀਤਾ। ਸਾਡਾ ਦਿਨ ਰਾਤ ਫੋਕਸ ਇਹੀ ਹੈ ਕਿ ਇਸ ਪ੍ਰੋਬਲਮ ਤੋਂ ਅਸੀਂ ਸ਼ਹਿਰ ਨਿਵਾਸੀਆਂ ਨੂੰ ਨਿਜਾਤ ਦਿਵਾਈਏ। ਪਰ ਮੈਂ ਕਦੇ ਵੀ ਝੂਠੀ ਗੱਲ ਨਹੀਂ ਕੀਤੀ। ਇਸ ਚੀਜ਼ ਨੂੰ ਜਿੰਨੀ ਵੀ ਅਸੀਂ ਸਪੀਡ ਨਾਲ ਕੰਮ ਕਰ ਲਈਏ, ਫਿਰ ਵੀ 3-4 ਸਾਲ ਦਾ ਸਮਾਂ ਲੱਗਣਾ। ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਅਸੀਂ ਐਨੀਮਲ ਬਰਥ ਕੰਟਰੋਲ ਜਿਹੜਾ ਚਲਾਇਆ ਵਾ, ਔਰ ਸਾਨੂੰ ਆਸ ਹੈ ਕਿ ਇਹ ਲਗਾਤਾਰ ਅੱਗੇ ਵੀ ਚੱਲਦਾ ਰਹੇਗਾ। ਸੋ ਇਹ ਪ੍ਰੋਬਲਮ ਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ। ਬਹੁਤ ਸਾਰੀਆਂ ਕਈ ਪ੍ਰੋਬਲਮ ਹੁੰਦੀ ਕਿ ਉਹ ਤੁਸੀਂ ਓਵਰਨਾਈਟ ਠੀਕ ਕਰ ਸਕਦੇ, ਜੇ ਕੋਈ ਪ੍ਰੋਬਲਮ ਹੁੰਦੀ ਉਹ ਮਹੀਨੇ 'ਚ ਠੀਕ ਹੋ ਸਕਦੀ ਹੈ। ਇਹ ਪ੍ਰੋਬਲਮ ਇੱਦਾਂ ਦੀ ਹੈ ਕਿ ਇਹਨੂੰ ਥੋੜ੍ਹਾ ਟਾਈਮ ਲੱਗੇਗਾ, ਪਰ ਸਾਡੀ ਨੀਅਤ 'ਚ ਖੋਟ ਨਹੀਂ। ਅਸੀਂ ਬਹੁਤ ਜ਼ਿਆਦਾ ਇਹਦੇ ਉੱਤੇ ਫੋਕਸ ਕਰਕੇ ਅਸੀਂ ਇਸ ਪ੍ਰੋਬਲਮ ਨੂੰ ਓਵਰਕਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਰ ਵਾਟ ਅਬਾਊਟ ਪਿਗਸ ਐਂਡ ਅਵਾਰਾ ਜਿਹੜੇ ਪਸ਼ੂ ਨੇ, ਇਹਨਾਂ ਬਾਰੇ ਜੀ? ਦੇਖੋ, ਜਿਹੜੀ ਪਸ਼ੂਆਂ ਦੀ ਗੱਲ ਆ, ਪਸ਼ੂਆਂ ਵਾਸਤੇ ਵੀ ਨਗਰ ਨਿਗਮ ਨੇ ਜਿੰਨੀਆਂ ਵੀ ਕੋਈ ਹੋਰ ਗਊਸ਼ਾਲਾ ਨੇ, ਅਸੀਂ ਉਹਨਾਂ ਨੂੰ ਚਾਰਾ ਦੇਣਾ ਸ਼ੁਰੂ ਕੀਤਾ ਵਾ। ਅਸੀਂ ਪਰ ਪਸ਼ੂ ਨੂੰ ਜੋ ਵੀ ਉਹਦੀ ਇੱਕ ਸਰਕਾਰ ਵੱਲੋਂ ਮਾਨਤਾ ਜਿੰਨਾ ਵੀ ਹੈਗਾ ਵਾ, ਉਹ ਚਾਰਾ ਅਸੀਂ ਦੇਣਾ ਸ਼ੁਰੂ ਕੀਤਾ ਵਾ। ਉਹਦੇ ਅਸੀਂ ਪੈਸੇ ਜਾਂ ਚਾਰੇ ਦੀ ਸ਼ੇਪ 'ਚ ਅਸੀਂ ਗਊਸ਼ਾਲਾ ਨੂੰ ਦੇ ਰਹੇ। ਇਸ ਤੋਂ ਇਲਾਵਾ ਅਸੀਂ ਆਪਣੀ ਗਊਸ਼ਾਲਾ, ਇੱਕ ਵੱਡੀ ਗਊਸ਼ਾਲਾ ਨਾਰਾਇਣਗੜ੍ਹ ਛਿਆਟਾ, ਜਿੱਥੇ ਡੌਗ ਸਟਰਲਾਈਜੇਸ਼ਨ ਬਣ ਰਿਹਾ, ਉੱਥੇ ਹੀ ਇੱਕ ਵੱਡੀ ਅਸੀਂ ਗਊਸ਼ਾਲਾ ਬਣਾ ਰਹੇ ਹਾਂ। ਉਹ ਜਦੋਂ ਬਣ ਜਾਏਗੀ ਉਹਦੇ ਨਾਲ ਵੀ ਬਹੁਤ ਸਾਰੀ ਨਿਜਾਤ ਮਿਲੇਗੀ। ਇਸ ਤੋਂ ਇਲਾਵਾ ਅੱਜ ਰਾਮ ਤੀਰਥ ਵਿਖੇ ਇੱਕ ਸਾਨੂੰ ਜਿਹੜੀ ਉੱਥੇ ਸੰਸਥਾ ਗਊਸ਼ਾਲਾ ਚਲਾ ਰਹੀ ਹੈ, ਉਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਸਾਨੂੰ ਹੋਰ ਸ਼ੈੱਡ ਬਣਾ ਦਿਓ, ਸਾਡੀ ਕਪੈਸਿਟੀ ਵੱਧ ਜਾਏਗੀ। ਅੱਜ ਅਸੀਂ ਉਹਨਾਂ ਦੇ ਸ਼ੈੱਡ ਨੂੰ ਮਨਜ਼ੂਰੀ ਦੇ ਦਿੱਤੀ ਆ। ਅੱਜ ਹਾਊਸ ਨੇ ਉੱਥੇ ਵੀ ਅਸੀਂ ਸ਼ੈੱਡ ਵਾਸਤੇ ਪੈਸੇ ਦੇਣ ਲੱਗੇ ਹਾਂ, ਸ਼ੈੱਡ ਬਣਾ ਕੇ ਦੇਣ ਲੱਗੇ ਹਾਂ। ਔਰ ਉਹਨਾਂ ਨਾਲ ਇਸ ਗੱਲ ਲਈ ਅਸੀਂ ਮਤੇ ਦੇ ਵਿੱਚ ਇੱਕ ਕੰਡੀਸ਼ਨ ਪਾਈ ਹੈ ਕਿ ਉਹ ਸਾਡੇ ਨਗਰ ਨਿਗਮ ਦੇ ਜਿੰਨੇ ਵੀ ਪਸ਼ੂ ਹੋਣਗੇ ਉਹਨਾਂ ਨੂੰ ਉੱਥੇ ਅਡਾਪਟ ਕਰਨਗੇ। ਸੋ ਅਸੀਂ ਆਪਣੀ ਕਪੈਸਿਟੀ ਤੋਂ ਵੱਧ ਕੰਮ ਕਰ ਰਹੇ ਹਾਂ। ਔਰ ਮੈਂ ਸ਼ਹਿਰ ਨਿਵਾਸੀਆਂ ਨੂੰ ਇਹੀ ਅਪੀਲ ਕਰਦਾ ਕਿ ਇਹ ਸਾਰੀਆਂ ਪ੍ਰੋਬਲਮਸ ਸਾਨੂੰ ਪਿੱਛੋਂ ਵਿਰਾਸਤ 'ਚ ਮਿਲੀਆਂ, ਲੈਗੇਸੀ ਮਿਲੀ ਆ। ਇਹਨਾਂ ਨੂੰ ਅਸੀਂ ਤੁਹਾਡੇ ਨਾਲ ਵਚਨਬੱਧ, ਅਸੀਂ ਕੋਈ ਬਹਾਨਾ ਨਹੀਂ ਬਣਾਵਾਂਗੇ। ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਠੀਕ ਕਰਕੇ ਜਾਵਾਂਗੇ। ਪਰ ਇਹ ਇੱਦਾਂ ਦੇ 2-3 ਪ੍ਰੋਬਲਮ ਇੱਦਾਂ ਦੀ, ਇਹਨਾਂ ਦੇ ਉੱਤੇ ਸਮਾਂ ਲੱਗੇਗਾ। ਜਿੱਥੋਂ ਤੱਕ ਸੂਰਾਂ ਦੀ ਗੱਲ ਹੈ, ਉਹਦੇ ਵਾਸਤੇ ਹੁਣ ਨਗਰ ਨਿਗਮ ਕਾਫੀ ਸਖਤ ਐਕਸ਼ਨ ਲਏਗਾ। ਬਹੁਤ ਸਾਰੇ ਲੋਕ ਜਿਨ੍ਹਾਂ ਨੇ ਸੂਰ ਪਾਲੇ ਨੇ, ਵਪਾਰ ਬਣਾਇਆ ਵਾ, ਪਰ ਉਹ ਸ਼ਹਿਰ ਦੇ ਵਿੱਚ ਗੰਦਗੀ ਫੈਲਾ ਰਹੇ ਨੇ, ਸ਼ਹਿਰ ਦੇ ਵਿੱਚ ਬਿਮਾਰੀਆਂ ਫੈਲਾ ਰਹੇ ਨੇ। ਉਹਦੇ ਵਾਸਤੇ ਵੀ ਅਸੀਂ ਇੱਕ ਮਤਾ ਲੈ ਕੇ ਆਏ ਸੀ। ਉਹ ਸਾਡਾ ਮਤਾ ਤੇ ਪਾਸ ਹੋ ਗਿਆ ਸੀ। ਉਸ ਤੋਂ ਬਾਅਦ ਉਹਦਾ ਟੈਂਡਰ ਨੇਪਰੇ ਨਹੀਂ ਚੜ੍ਹਿਆ ਕਿ ਅਸੀਂ ਆਊਟਸੋਰਸ ਕਰਨਾ ਚਾਹੁੰਦੇ ਹਾਂ, ਕਿ ਬਾਹਰੋਂ ਕੋਈ ਬੰਦਾ ਹਾਇਰ ਕਰਕੇ ਕਿ ਉਹ ਸਾਰੇ ਸੂਰ ਫੜ ਕੇ ਅਸੀਂ ਜਿਹੜੇ ਨੇ ਉਹਨਾਂ ਨੂੰ ਦੇ ਦਈਏ। ਉਹਦੇ ਵਾਸਤੇ ਵੀ ਅਸੀਂ ਉਹਨਾਂ ਨਵੇਂ ਸਾਲ ਦੇ ਵਿੱਚ ਕੋਈ ਖਾਸ ਜਿਹੜਾ ਪਲੈਨਿੰਗ ਪ੍ਰੋਗਰਾਮ ਲੈ ਕੇ ਆਵਾਂਗੇ। ਮੇਰੇ ਸਾਹਿਬ ਲਾਸਟ ਮੇਰਾ ਕੁਐਸਚਨ ਹੈ, ਇੱਕ ਤੁਸੀਂ ਕਿਹਾ ਵੀ ਅੱਜ 1 ਅਰਬ ਦੇ ਕਰੀਬ ਤੁਸੀਂ ਕੰਮ ਜਿਹੜੇ ਉਹ ਡਿਵੈਲਪਮੈਂਟ ਦੇ ਪਾਸ ਕੀਤੇ ਹੈ। ਇਹ ਜ਼ਿਆਦਾਤਰ ਕੰਮ ਦੇਖਿਆ ਜਾ ਰਿਹਾ ਮੇਰੇ ਸਾਹਿਬ ਜਿਹੜੇ ਸੈਂਟਰ ਦੀ ਸਕੀਮਸ ਦੇ ਨਾਲ ਚੱਲ ਰਿਹਾ। ਆਪਣਾ ਹਾਊਸ ਨਗਰ ਨਿਗਮ ਵੱਲੋਂ ਵੀ ਕੁਝ ਪੈਸਾ ਖਰਚ ਕੀਤਾ ਜਾ ਰਿਹਾ ਜਾਂ ਅਸੀਂ ਫੁੱਲੀ ਡਿਪੈਂਡੈਂਟ ਹੁਣ ਸੈਂਟਰ ਤੋਂ ਆਉਣ ਵਾਲੀ ਏਡ ਤੇ ਹੋ ਗਏ ਇਹਦੇ? ਅਸੀਂ 0% ਡਿਪੈਂਡੈਂਟ ਹੈ ਕਿਸੇ ਵੀ ਏਡ ਦੇ ਉੱਤੇ। ਸਾਰੇ ਕੰਮ ਨਗਰ ਨਿਗਮ ਵੱਲੋਂ ਕੀਤੇ ਜਾ ਰਹੇ ਨੇ। ਕੁਝ ਕੰਮ ਜਿਹੜੇ ਸਾਨੂੰ MLA ਸਾਹਿਬਾਨਾਂ ਨੂੰ ਪੰਜਾਬ ਇਨਫਰਾਸਟ੍ਰਕਚਰ ਡਿਵੈਲਪਮੈਂਟ ਵੱਲੋਂ ਮਿਲੇ ਨੇ ਪੈਸੇ, ਉਹਦੇ ਵਾਸਤੇ ਉਹ ਅਸੀਂ ਕੰਮ ਜ਼ਰੂਰ ਕੌਂਸਟੀਚੁਐਂਸੀਆਂ 'ਚ 25-25 ਕਰੋੜ ਰੁਪਏ 'ਚੋਂ ਕੁਝ ਪੈਸੇ ਜਿਹੜੇ ਨੇ ਉਹ ਸਾਨੂੰ ਕਾਰਪੋਰੇਸ਼ਨ ਨੂੰ ਆਏ, ਅਸੀਂ ਉਹ ਕਰਵਾ ਰਹੇ ਹਾਂ। ਕੁਝ ਇੰਪਰੂਵਮੈਂਟ ਟਰਸਟ ਕਰਾ ਰਿਹਾ, ਕੁਝ ਆਪਣਾ PWD ਕਰ ਰਹੇ ਨੇ, ਵੱਖ-ਵੱਖ ਏਜੰਸੀਆਂ ਕੰਮ ਕਰ ਰਹੀਆਂ ਨੇ। ਸੋ ਪੰਜਾਬ ਸਰਕਾਰ ਦੇ ਪੈਸੇ ਜਿਹੜੇ MLA ਨੂੰ ਹੁਣ ਮਿਲੇ ਨੇ ਜਾਂ ਸਾਡੇ ਨਗਰ ਨਿਗਮ ਦੇ ਪੈਸੇ ਨੇ। ਬਾਕੀ ਸੈਂਟਰ ਗਵਰਨਮੈਂਟ ਦੀਆਂ ਜਿਹੜੀਆਂ ਸਕੀਮਾਂ ਸੀ ਉਹ ਪੁਰਾਣੀਆਂ, ਤੁਹਾਨੂੰ ਪਤਾ ਹੀ ਹੈ ਕਿ ਉਹਦੇ ਵਿੱਚ ਸੀਗੀ
ਹਿਰਦੇ ਦੀ ਸਕੀਮ ਸੀਗੀ ਜਾਂ ਅਮਰੁਤ ਦੀ ਆਈ ਸੀਗੀ, ਉਹਦੇ ਵਿੱਚ ਵੀ ਸਟੇਟ ਦਾ ਔਰ ਕਾਰਪੋਰੇਸ਼ਨ ਦਾ ਸ਼ੇਅਰ ਹੁੰਦਾ ਵਾ। ਔਰ ਅੱਜ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪਿਛਲੀ ਸਰਕਾਰ ਨੇ ਟੋਟਲ ਸਮੇਂ ਦੇ ਵਿੱਚ ਕਾਰਪੋਰੇਸ਼ਨ ਨੇ, ਜਿਹੜੀ ਸਾਡੀ ਲੋਕਲ ਸਿਟੀ ਗਵਰਨਮੈਂਟ ਨੇ 118 ਕਰੋੜ ਰੁਪਏ ਦੇ ਕੰਮ ਕੀਤੇ ਸੀ। ਅੱਜ ਤੱਕ ਹੁਣ ਤੱਕ ਅਸੀਂ 400 ਕਰੋੜ ਰੁਪਏ ਦੇ ਕੰਮ ਕਰ ਚੁੱਕੇ ਹਾਂ। ਅਸੀਂ ਉਹਨਾਂ ਨੂੰ 400 ਗੁਣਾ ਅੱਗੇ ਚੱਲ ਰਹੇ ਹਾਂ ਔਰ ਅਜੇ ਸਾਡੇ ਕੋਲ 2 ਸਾਲ ਦਾ ਟਾਈਮ ਬਚਦਾ। ਪ੍ਰਮਾਤਮਾ ਨੇ ਕਿਰਪਾ ਕੀਤੀ ਤੇ ਅਸੀਂ ਇਸ ਸ਼ਹਿਰ ਦੇ ਵਿੱਚ ਇੱਕ ਇਤਿਹਾਸ ਬਣਾ ਕੇ ਜਾਵਾਂਗੇ ਡਿਵੈਲਪਮੈਂਟ ਵੱਲੋਂ। ਔਰ ਅੱਜ ਸ਼ਹਿਰ ਦੇ ਵਿੱਚ ਡਿਵੈਲਪਮੈਂਟ ਨੂੰ ਲੈ ਕੇ ਕੋਈ ਮੁੱਦਾ ਨਹੀਂ ਰਹਿ ਗਿਆ ਔਰ ਸਾਨੂੰ ਅੱਜ ਖੁਸ਼ੀ ਹੈ। ਅੱਜ ਕਿਤੇੋਂ ਸਾਨੂੰ ਪਾਣੀ ਦੀ ਘਾਟ ਨਹੀਂ ਗੀ, ਅੱਜ ਕਿਤੇ ਸਾਡਾ ਸੀਵਰੇਜ ਬਲੋਕੇਜ ਦੀ ਕੋਈ ਪ੍ਰੋਬਲਮ ਨਹੀਂ ਰਹਿ ਗਈ। ਅੱਜ ਸਾਰੀ ਅਸੀਂ ਸਟਰੀਟ ਲਾਈਟ ਚੇਂਜ ਕਰ ਦਿੱਤੀ ਹੈ ਔਰ ਅਗਲੇ ਮਹੀਨੇ ਤੱਕ ਹੋਰ ਜਿਹੜੇ ਗੈਪ ਰਹਿ ਗਏ ਉਹ ਵੀ ਫਿਲ ਕਰਨ ਜਾ ਰਹੇ ਹਾਂ। ਸੜਕਾਂ ਨਵੀਆਂ ਅਸੀਂ ਬਣਾ ਰਹੇ ਹਾਂ, ਉਹਦੇ 'ਚ 3 4 5 ਮੇਜਰ ਰੋਡਸ ਬਣ ਵੀ ਗਈਆਂ। ਬਾਕੀ ਹੁਣ ਜਦੋਂ ਮੌਸਮ ਠੀਕ ਹੋਏਗਾ ਮਾਰਚ 'ਚ ਫਿਰ ਬਣਨੀਆਂ ਸ਼ੁਰੂ ਹੋ ਜਾਣਗੀਆਂ। ਜਿੰਨੀਆਂ ਗਲੀਆਂ ਜਾਂ ਹੋਰ ਕੋਈ ਵੀ ਕੰਮ ਨਹੀਂ ਹੋ ਰਹੇ ਨੇ, ਸੀਵਰੇਜ ਦੀ ਅਸੀਂ ਜਿੱਥੇ ਕਿਤੇ ਘਾਟ ਰਹਿ ਗਈ ਉਹ ਸਾਰਾ ਟੋਟਲ 100% ਸੀਵਰੇਜ ਕੰਪਲੀਟ ਕਰ ਰਹੇ। ਸਾਡਾ ਕੰਮ ਚੱਲ ਰਿਹਾ ਲਗਭਗ 250 ਕਿਲੋਮੀਟਰ ਤੋਂ ਵੱਧ ਹੁਣ ਤੱਕ ਅਸੀਂ ਵਾਟਰ ਸਪਲਾਈ ਦੀ ਨਵੀਂ ਲਾਈਨ ਪਾ ਚੁੱਕੇ ਹਾਂ ਔਰ 250 ਦੇ ਕਰੀਬ ਟਿਊਬਵੈੱਲ ਇਸ ਸ਼ਹਿਰ 'ਚ ਲਾ ਚੁੱਕੇ ਹਾਂ। ਬਹੁਤ ਸਾਰੇ ਕੰਮ ਨੇ ਔਰ ਇੱਕ ਪ੍ਰੋਜੈਕਟ ਤੇ ਗੱਲ ਕਰਾਂਗੇ। ਸਰਫਸ ਜਿਹੜਾ 24/7 ਪਾਣੀ ਸਾਡਾ ਨਹਿਰੀ ਪਾਣੀ ਆ ਰਿਹਾ 2200 ਕਰੋੜ ਦਾ ਉਹ ਪ੍ਰੋਜੈਕਟ ਆ। ਸਮਾਰਟ ਸਿਟੀ ਦੇ ਅਲੱਗ ਕੰਮ ਹੋ ਰਹੇ ਨੇ। ਜਿਹੜਾ ਸਾਡਾ PHTP ਪੰਜਾਬ ਹੈਰੀਟੇਜ ਐਂਡ ਪ੍ਰਮੋਸ਼ਨ ਟੂਰਿਜ਼ਮ ਪ੍ਰਮੋਸ਼ਨ ਬੋਰਡ ਦੇ ਵਿੱਚ ਵੱਖਰੇ ਕੰਮ ਹੋ ਰਹੇ ਨੇ, ਜਿਸ ਤਰ੍ਹਾਂ ਬਾਬਾ ਦੀਪ ਸਿੰਘ ਮਾਰਗ ਦੀ ਬਿਊਟੀਫਿਕੇਸ਼ਨ ਹੋ ਰਹੀ ਆ, ਹੈਰੀਟੇਜ ਸਟਰੀਟ 2 ਬਣ ਰਹੀ ਆ। ਬਹੁਤ ਸਾਰੇ ਕੰਮ ਨੇ, ਹੁਣ ਇੱਕ ਗਿਣਾਂਗੇ। ਸੋ ਅੱਜ ਸੈਂਕੜੇ ਕਰੋੜਾਂ ਰੁਪਏ ਦੇ ਕੰਮ ਚੱਲ ਰਹੇ ਨੇ ਜਿਹੜੇ ਪ੍ਰਤੱਖ ਨੇ। ਕਈ ਵਾਰੀ ਅਸੀਂ ਜਦੋਂ ਇਹ ਗੱਲਾਂ ਕਰਦੇ ਹਾਂ ਤਾਂ ਅੱਜ ਕੱਲ੍ਹ ਲੋਕਾਂ ਨੂੰ ਇਹ ਲੱਗਦਾ ਕਿ ਸ਼ਾਇਦ ਹਵਾਈ ਗੱਲਾਂ ਨੇ, ਪਰ ਅੱਜ ਜਿੰਨੀਆਂ ਮੈਂ ਗੱਲਾਂ ਕਰ ਰਿਹਾ ਸਾਰਾ ਕੁਝ ऑन ग्राउंड हो रहा और थोड़े और 1-2 महीने से सारे प्रोजेक्ट हम दसने शुरू हो जाएंगे। धन्यवाद हमारे साथ बात करने के लिए। ये थे मेयर करमजीत सिंह रिंटू, जिन्होंने बताया कि आज हाउस की बैठक में करीब 100 करोड़ के जो डेवलपमेंट के काम है वो पास किए गए हैं। रही शहर में आवारा कुत्तों, सूअर और आवारा पशुओं की समस्या, उस पर भी इनका ध्यान है। निगम के जो भाजपाई इनके ऊपर आरोप लगा रहे हैं कि इलीगल निर्माण हो रहा है या और भी कुछ भ्रष्टाचार फैला हुआ है, इनका ये कहना है कि विपक्ष का काम ही बातें करना है, उनको डेवलपमेंट जो है वो पसंद नहीं है। वो भी कुछ अगर कहीं भी गलत काम होता है तो इनको बताएं, वे उन्हें रिमूव करवाएंगे। अमृतसर से D4 न्यूज़ के लिए दीपक भंडारी की खास रिपोर्ट।